पुन वेद बरंच विचार रह्यो। हर जाप न छाड्यो एक घरी। मथुरा जन को प्रभ दीन दयाल है। गत श्रेष्ठ निहाल करी। रामदास गुरु जग तारन को। गुरदूत अर्जन माहे। रामदास गुरु जग तारन को। दूत अर्जुन माहे। फिरत प्रभ आया। या तो सरनाए। नानक की प्रभ बेनती भक्ति लाए। टल गुर सेविय ऐनस सहज सुभाए। दर्शन परसय गुरु के जन्म मरण दुख जाए। होवै सिफत खसमधि नूर अरसों कुरसों छटिया। तुद डिठे सच्चे पातशाह माल जन्म जन्म दी कटिया। तुद डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। तनासरी महला पंजवा। बंधन ते छुटकावै प्रभु मिलावै। हर हर नाम सुनावै। अस्थिर करे निश्चल एहो मनुआ। भौर ना कतहु तावै। है को ऐसो हमरा मीत। सगल समगरी जियो हियो दियो। अर्पो अपनो चीत। बंधन ते छुटकावै प्रभु मिलावै। हर हर नाम सुनावै। वाहिगुरु जी का खालसा वाहिगुरु जी की फतेह। किरपा निधान जुगो जुग अटल। चवर तख्त ਸਿੰਘਾਸਨ ਦੇ ਮਾਲਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਆਪਾਂ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਕੀਰਤਨ ਦੇ ਰੂਪ ਦੇ ਅੰਦਰ ਸਰਵਣ ਕਰਕੇ ਮਿਲਿਆ ਹੋਇਆ ਮਨੁੱਖਾ ਜਨਮ ਦਾ ਇਹ ਜੋ ਸਮਾਂ ਹੈ, ਇਹ ਸਫਲਾ ਬਣਾਇਆ ਹੈ। ਇਸ ਵੇਲੇ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਜੋ ਕਥਾ ਆਪਾਂ ਸਰਵਣ ਕਰਦੇ ਹਾਂ, ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ, ਇਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦਾ ਇਹ ਆਪਾਂ ਸ਼ਬਦ ਸਰਵਣ ਕਰਨ ਜਾ ਰਹੇ ਹਾਂ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਜੋ ਸ਼ਬਦ ਹੈ ਆਪਾਂ ਨੂੰ 674 ਅੰਗ ਦੇ ਉੱਪਰ ਬਖਸ਼ਿਸ਼ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਉਚਾਰਨ ਕਰਨ ਵਾਲੇ ਪਾਤਸ਼ਾਹ ਫਰਮਾਉਂਦੇ ਹਨ, ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ, ਹਰ ਹਰ ਨਾਮ ਸੁਣਾਵੈ। ਜਦੋਂ ਅਸੀਂ ਸ਼ਬਦ ਦੀ ਵਿਚਾਰ ਨੂੰ ਪ੍ਰਾਰੰਭ ਕਰਦੇ ਹਾਂ ਤੇ ਸ਼ਬਦ ਦੇ ਅੰਦਰ ਮਹਾਰਾਜ ਜੀਆਂ ਨੇ ਰਹਾਉ ਦੀਆਂ ਪੰਕਤੀਆਂ ਸਾਨੂੰ ਬਖਸ਼ਿਸ਼ ਕੀਤੀਆਂ। ਜੋ ਰਹਾਉ ਦੀਆਂ ਪੰਕਤੀਆਂ ਨੇ ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ। ਸਾਰਾ ਸ਼ਬਦ ਉਹਨਾਂ ਰਹਾਉ ਦੀਆਂ ਪੰਕਤੀਆਂ ਦੇ ਇਰਦ ਗਿਰਦ ਘੁੰਮਦਾ ਹੈ। ਜਿਵੇਂ ਗੱਡੀ ਦੇ ਚੱਲਣ ਵਾਸਤੇ ਧੁਰਾ ਕੰਮ ਕਰਦਾ ਹੈ, ਇਸੇ ਤਰ੍ਹਾਂ ਸ਼ਬਦ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਧੁਰੇ ਦਾ ਕੰਮ ਕਰਦੀਆਂ। ਤੇ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਆਖਦੇ, ਹੈ ਕੋ ਐਸੋ ਹਮਰਾ ਮੀਤ, ਕੋਈ ਇਹੋ ਜਿਹਾ ਹੈ ਸਾਡਾ ਮਿੱਤਰ, ਕੋਈ ਦੋਸਤ ਹੋਵੇ ਇਸ ਤਰ੍ਹਾਂ ਦਾ। ਮਹਾਰਾਜ ਮਿੱਤਰ ਤੇ ਕਈ ਨੇ, ਦੋਸਤ ਤੇ ਕਈ ਨੇ। ਵਿਪਤਾ ਪੈ ਜਾਵੇ, ਸੰਕਟ ਪੈ ਜਾਵੇ, ਕੋਈ ਦੁੱਖ ਦੀ ਘੜੀ ਆ ਜਾਵੇ ਤੇ ਉਹਨਾਂ ਮਿੱਤਰਾਂ ਦੇ ਕੋਲੋਂ ਮਦਦ ਮੰਗੀ ਜਾਂਦੀ ਹੈ। ਕੋਈ ਮਾਇਆ ਦੀ ਮਦਦ ਕਰਦਾ ਹੈ, ਕੋਈ ਬਲ ਦੇ ਨਾਲ, ਤਾਕਤ ਦੇ ਨਾਲ ਮਦਦ ਕਰਦਾ, ਕੋਈ ਦੁੱਖ ਵੰਡਾਉਣ ਦਾ ਤਰੀਕਾ ਦੱਸ ਦਿੰਦਾ। ਮਹਾਰਾਜ ਮਿੱਤਰ ਤੇ ਬੜੇ ਨੇ ਦੁਨੀਆ ਦੇ, ਦੋਸਤ ਬੜੇ ਨੇ ਮੁਸੀਬਤ ਵਿੱਚ ਕੰਮ ਆਉਣ ਵਾਲੇ। ਮਹਾਰਾਜ ਨੇ ਗੁਰਬਾਣੀ ਵਿੱਚ ਬਚਨ ਵੀ ਲਿਖਿਆ, ਜੈਸੇ ਰਨ ਮੈਂ ਸਖਾ ਭਰਾਤ। ਕਹਿਣ ਲੱਗੇ ਮੰਨ ਲਓ ਜੰਗ ਪੈ ਜਾਵੇ ਤੇ ਜੰਗ ਦੇ ਵਿੱਚ ਫਿਰ ਜਿਹੜੇ ਆਪਣੇ ਸਖੇ ਹੁੰਦੇ ਨਾ, ਮਿੱਤਰ ਹੁੰਦੇ, ਫਿਰ ਉਹ ਨਾਲ ਖੜ ਜਾਂਦੇ ਆਪਣੇ ਮਿੱਤਰ ਨੂੰ ਮੁਸੀਬਤ ਵਿੱਚ ਪਿਆ ਹੋਇਆ ਦੇਖ ਕੇ। ਤੇ ਉਹਨਾਂ ਮਿੱਤਰਾਂ ਦੀ ਜਿਹੜੀ ਮਦਦ ਹੈ ਨਾ, ਉਹ ਜੰਗ ਦੇ ਵਿੱਚੋਂ ਫਿਰ ਵਿਜয়ੀ ਕਰ ਦਿੰਦੀ ਹੈ, ਜਿੱਤ ਦਿਵਾ ਦਿੰਦੀ ਹੈ। ਕਿਉਂਕਿ ਉਹ ਕਿਸੇ ਲੋਭ ਲਾਲਚ ਨੂੰ ਲੈ ਕੇ ਨਹੀਂ ਆਏ, ਉਹ ਕੇਵਲ ਆਪਣੇ ਮਿੱਤਰ ਦੀ ਜਿੱਤ ਵੇਖਣ ਵਾਸਤੇ, ਜਿੱਤ ਕਰਾਉਣ ਵਾਸਤੇ ਆਏ। ਜਦੋਂ ਮਿੱਤਰ ਮੁਸੀਬਤ ਵਿੱਚ ਪਿਆ, ਦੂਸਰੇ ਮਿੱਤਰ ਮਦਦ ਵਾਸਤੇ ਆਉਂਦੇ। ਮਹਾਰਾਜ ਮਿੱਤਰ ਤੇ ਬੜੇ ਨੇ। ਆਪ ਜੀ ਕੈਸੇ ਮਿੱਤਰ ਦੀ ਗੱਲ ਕਰਦੇ ਪਏ ਹੋ? ਹੈ ਕੋ ਐਸੋ ਹਮਰਾ ਮੀਤ। ਆਪ ਜੀ ਪੁੱਛਦੇ ਪਏ ਹੋ ਕਿ ਇਹੋ ਜਿਹਾ ਸਾਡਾ ਮਿੱਤਰ ਹੋਵੇ, ਪਰ ਮਹਾਰਾਜ ਕਿਹੋ ਜਿਹਾ ਮਿੱਤਰ ਲੱਭਦੇ ਪਏ ਹੋ? ਤੇ ਫਿਰ ਆਪਾਂ ਹੁਣ ਸ਼ਬਦ ਸ਼ੁਰੂ ਕਰਾਂਗੇ ਵੀ ਮਹਾਰਾਜ ਕੈਸੇ ਮਿੱਤਰ ਦੀ ਗੱਲ ਕਰਦੇ ਹਨ। ਬੰਧਨ ਤੇ ਛੁਟਕਾਵਾ, ਜਿਹੜਾ ਸਾਨੂੰ ਇਹ ਸੰਸਾਰ ਵਿੱਚ ਪਏ ਹੋਏ ਬੰਧਨਾਂ ਤੋਂ ਛੁਡਾ ਦੇਵੇ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹੋ ਜਿਹਾ ਮਿੱਤਰ ਚਾਹੀਦਾ। ਦੁਨੀਆ ਦੇ ਮਿੱਤਰ ਦੁਨੀਆ ਵਿੱਚੋਂ ਵਿਜয়ੀ ਕਰਵਾ ਦੇਣਗੇ, ਜਿੱਤ ਕਰਵਾ ਦੇਣਗੇ, ਔਖੇ ਸੌਖੇ ਟਾਈਮ ਤੇ ਮਦਦ ਕਰ ਦੇਣਗੇ, ਪਰ ਬੰਧਨਾਂ ਤੋਂ ਮੁਕਤ ਕਰ ਦੇਣਾ, ਜੰਮਣ ਮਰਨ ਦੇ ਬੰਧਨ ਤੋਂ ਮੁਕਤ ਕਰਨਾ, ਇਹੋ ਜਿਹਾ ਮਿੱਤਰ ਤੇ ਫਿਰ ਗੁਰੂ ਹੀ ਹੋ ਸਕਦਾ ਹੈ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਫਿਰ ਸੱਜਣ ਬਣਾਉਣਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਬਣਾਈਏ। ਜੇ ਸੱਜਣ ਬਣਾਉਣਾ ਫਿਰ ਗੁਰੂ ਕੀ ਬਾਣੀ ਨੂੰ ਸੱਜਣ ਬਣਾ ਨਾ, ਜਿਹੜੀ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਮਦਦ ਕਰੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਿੱਤਰ ਇਸ ਤਰ੍ਹਾਂ ਦਾ ਹੋਵੇ ਜਿਹੜਾ ਬੰਧਨ ਤੇ ਛੁਟਕਾਵੇ, ਜਿਹੜਾ ਬੰਧਨਾਂ ਦੇ ਵਿੱਚੋਂ ਆਜ਼ਾਦ ਕਰਵਾ ਦੇਵੇ, ਬੰਧਨਾਂ ਨੂੰ ਤੋੜ ਦੇਵੇ, ਬੰਧਨਾਂ ਨੂੰ ਤੋੜ ਕੇ ਆਪਣੇ ਨਾਲ ਮਿਲਾ ਦੇਵੇ। ਤੇ ਉਹ ਕੌਣ ਹੈ? ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ। ਉਹ ਤੇ ਫਿਰ ਪਰਮਾਤਮਾ ਹੀ ਹੈ ਭਾਈ, ਜਿਹੜਾ ਬੰਧਨ ਤੋੜ ਕੇ ਆਪਣੇ ਨਾਲੋਂ ਟੁੱਟਿਆਂ ਹੋਇਆਂ ਨੂੰ ਆਪਣੇ ਨਾਲ ਜੋੜ ਲਵੇ, ਸੰਸਾਰੀ ਬੰਧਨਾਂ ਨੂੰ ਤੋੜ ਦੇਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਇਹੋ ਜਿਹਾ ਮਿੱਤਰ ਹੈ ਜਿਹੜਾ ਸੰਸਾਰੀ ਬੰਧਨਾਂ ਨੂੰ ਤੋੜੇ। ਸਾਡੇ ਕੋਲ ਇੱਕ ਮਿੱਤਰ ਹੈ, ਸਤਿਗੁਰ ਸਿੱਖ ਕੈ
ਬੰਧਨ ਘੱਟ ਹੈ। ਸਾਡੇ ਕੋਲ ਸਾਡਾ ਗੁਰੂ ਹੈ, ਸਾਡਾ ਗੁਰੂ ਸਾਡਾ ਮਿੱਤਰ ਵੀ ਹੈ, ਜਿਹੜਾ ਆਪਣੇ ਸਿੱਖ ਦੇ ਬੰਧਨ ਕੱਟ ਦਿੰਦਾ, ਬੰਧਨਾਂ ਵਿੱਚ ਰਹਿ ਨਹੀਂ ਕੋਈ ਨਹੀਂ ਦਿੰਦਾ ਹੈ। ਜੇ ਕੋਈ ਬੰਧਨ ਪੈ ਵੀ ਜਾਵੇ ਨਾ ਸਿੱਖ ਨੂੰ, ਤੇ ਮਹਾਰਾਜ ਉਹਦੇ ਵਿੱਚੋਂ ਵੀ ਮੁਕਤ ਕਰ ਹੀ ਲੈਂਦੇ ਨੇ, ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਆਪਾਂ ਸਾਖੀ ਪੜ੍ਹਦੇ ਆ ਨਾ, ਭਾਈ ਡੱਲਾ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਏ, ਆ ਕੇ ਇਹ ਗੱਲ ਕਹੀ ਵੀ ਮਹਾਰਾਜ ਅਨੰਦਪੁਰ ਸਾਹਿਬ ਜੇ ਮੈਨੂੰ ਯਾਦ ਕਰਦੇ ਤੇ ਮੇਰੇ ਵਿੱਚ ਬਹੁਤਾ ਬਲ ਤੇ ਬਹੁਤੀ ਤਾਕਤ, ਤੇ ਮੈਂ ਤੁਹਾਡੀ ਬੜੀ ਮਦਦ ਕਰਦਾ। ਮਹਾਰਾਜ ਜਾਣ ਗਏ ਇਸ ਨੂੰ ਅਸੀਂ ਆਪਣਾ ਸਿੱਖ ਬਣਾਉਣਾ, ਪਰ ਇਹਦੇ ਮਨ ਦੇ ਵਿੱਚ ਹਉਮੈ ਦਾ ਬੰਧਨ ਪਿਆ ਹੋਇਆ, ਹੰਕਾਰ ਦਾ ਇਹਨੂੰ ਬੰਧਨ ਪੈ ਗਿਆ। ਸਾਡੇ ਸਿੱਖ ਦੇ ਮਨ ਦੇ ਵਿੱਚ ਹੰਕਾਰ ਦਾ ਬੰਧਨ ਨਹੀਂ ਰਹਿਣਾ ਚਾਹੀਦਾ। ਪਾਤਸ਼ਾਹ ਕਹਿਣ ਲੱਗੇ, ਭਾਈ ਡੱਲਾ ਜੀ ਲਿਆਓ ਫਿਰ ਆਪਣੇ ਸੂਰਮੇ, ਵੇਖੀਏ ਗੋਲੀ ਦੇ ਵਿੱਚੋਂ, ਬੰਦੂਕ ਦੇ ਵਿੱਚੋਂ ਗੋਲੀ ਚਲਾ ਕੇ। ਤੇ ਫਿਰ ਮਾਨ ਟੁੱਟ ਗਿਆ। ਗੁਰੂ ਐਸਾ ਹੈ, ਜੇ ਸਿੱਖ ਨੂੰ ਮਾਨ ਦਾ ਬੰਧਨ ਹੰਕਾਰ ਦਾ ਪੈ ਵੀ ਜਾਵੇ ਤੇ ਗੁਰੂ ਉਹ ਵੀ ਤੋੜ ਦਿੰਦਾ, ਵੀ ਬੰਧਨ ਨਹੀਂ ਰਹਿਣਾ ਚਾਹੀਦਾ, ਸਾਡਾ ਸਿੱਖ ਬਣੇਗਾ। ਸਾਡੇ ਸਿੱਖ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਬੰਧਨ ਨਾ ਕੋਈ ਰਹਿ ਜਾਵੇ। ਮਿੱਤਰ ਇਹੋ ਜਿਹਾ ਬਣਾ ਜਿਹੜਾ ਤੇਰੇ ਬੰਧਨ ਤੋੜ ਦੇਵੇ, ਤੈਨੂੰ ਬੰਧਨਾਂ ਤੋਂ ਮੁਕਤ ਕਰ ਦੇਵੇ। ਹੈ ਕੋਈ ਐਸੋ ਹਮਰਾ ਮੀਤ, ਕੋਈ ਹੈ ਇਸ ਤਰ੍ਹਾਂ ਦਾ ਸਾਡਾ ਮਿੱਤਰ ਜਿਹੜਾ ਬੰਧਨਾਂ ਤੋਂ ਛਡਾਉਣਾ ਕਰੇ। ਪ੍ਰਭੂ ਮਿਲਾਵਾ। ਤੇ ਦੂਜਾ ਬਚਨ ਇਹ ਹੈ ਵੀ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ। ਸਾਡੀ ਬਾਂਹ ਪਕੜ ਕੇ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਵੇ, ਉਹਦੇ ਨਾਲ ਮਿਲਾਪ ਕਰਾਵੇ, ਜਿਹਨੂੰ ਦੁਨੀਆ ਲੱਭਦੀ ਪਈ ਹੈ, ਜਿਹਨੂੰ ਦੁਨੀਆ ਗਾਉਂਦੀ ਪਈ ਹੈ, ਜਿਹਨੂੰ ਦੁਨੀਆ ਆਖਦੀ ਹੈ ਬੇਅੰਤ ਹੈ, ਉਸ ਪ੍ਰਮਾਤਮਾ ਦੇ ਨਾਲ ਕੋਈ ਆਨ ਮਿਲਾਵੇ। ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਮੈਂ ਤੇ ਆਪਣਾ ਆਪ ਉਹਦੇ ਕੋਲ ਵੇਚ ਦਿਆਂ, ਗਿਰਵੀ ਰੱਖ ਦਿਆਂ, ਪਰ ਉਹਦੇ ਅੱਗੇ ਜਿਹੜਾ ਮੈਨੂੰ ਪ੍ਰਮਾਤਮਾ ਨੂੰ ਮਿਲਾਵੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਜੇ ਮੈਨੂੰ ਕੋਈ ਇਸ ਤਰ੍ਹਾਂ ਦਾ ਮਿਲ ਜਾਵੇ ਨਾ ਜਿਹੜਾ ਰੱਬ ਨਾਲ ਮਿਲਾਵੇ, ਤੇ ਮੈਂ ਆਪਣੀ ਜ਼ੁਬਾਨ ਤੋਂ ਮਿੱਠੇ ਮਿੱਠੇ ਬਚਨ ਕਵਾਂ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂ ਭੱਜ ਕੇ। ਬਕੋਂ ਸੁਭ ਰਸਨਾ, ਰਸਨਾ ਤੋਂ ਸ੍ਰੇਸ਼ਟ ਬਚਨ ਬੋਲਾਂ ਸਤਿਕਾਰ ਵਾਲੇ। ਇੱਥੇ ਹੀ ਬਸ ਨਹੀਂ, ਦੀਜੈ ਪ੍ਰਾਨ ਅਕੋਰ, ਮੈਂ ਤੇ ਆਪਣੀ ਜਿੰਦ ਕੱਢ ਕੇ ਭੇਟਾ ਦੇ ਰੂਪ ਦੇ ਵਿੱਚ ਉਹਦੇ ਅੱਗੇ ਰੱਖਦੇ, ਇਹਦੇ ਅੱਗੇ ਰੱਖਦੇ ਆ। ਕੋਈ ਜਨ ਹਰਸਿਓ ਦੇਵੈ ਜੋਰ, ਜਿਹੜਾ ਮੈਨੂੰ ਪ੍ਰਮਾਤਮਾ ਨਾਲ ਜੋੜ ਦੇਵੇ, ਉਹਦੇ ਵਾਸਤੇ ਤੇ ਜਿੰਦ ਭੇਟ ਕਰਨੀ ਵੀ ਸੌਖੀ ਹੈ। ਸਤਿਗੁਰਾਂ ਨੇ ਤਾਂ ਹੀ ਲਿਖਿਆ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ। ਇਹ ਬਚਨ ਮਹਾਰਾਜ ਜੀਆਂ ਨੇ ਤਾਂ ਹੀ ਬਖਸ਼ਿਸ਼ ਕੀਤੇ, ਜੇ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਤੇ ਆਪਣੀ ਜਿੰਦ ਵੀ ਭੇਟ ਕਰ ਦੇ। ਬਚਨ ਆਪਾਂ ਤਾਂ ਹੀ ਪੜ੍ਹਦੇ ਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ। ਪਾਈਏ ਇਹ ਬਚਨ ਆਪਾਂ ਪੜ੍ਹਦੇ ਆ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਇੱਥੇ ਸਤਿਗੁਰੂ ਕਹਿ ਰਹੇ ਨੇ ਪ੍ਰਭੂ ਮਿਲਾਵੇ। ਕੋਈ ਇਹੋ ਜਿਹਾ ਹੈ ਮੇਰਾ ਮਿੱਤਰ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਣਾ ਕਰੇ। ਹਰ ਹਰ ਨਾਮ ਸੁਨਾਵਾ। ਅਤੇ ਤੀਜੀ ਮੇਰੀ ਵਿਚਾਰ ਇਹ ਹੈ ਵੀ ਮੈਨੂੰ ਪ੍ਰਮਾਤਮਾ ਦਾ ਨਾਮ ਸੁਣਾਵੇ। ਜਦੋਂ ਮੈਂ ਕੋਲ ਬੈਠਾ ਨਾ ਤੇ ਉਹ ਮੈਨੂੰ ਆਖੇ ਵੀ ਚੱਲ ਮਿੱਤਰਾ ਆਪਾਂ ਦੋਨੇ ਜਾਣੇ ਮਿਲ ਕੇ ਨਾਮ ਜਪੀਏ। ਆਪ ਵੀ ਵਾਹਿਗੁਰੂ ਵਾਹਿਗੁਰੂ ਆਖੇ, ਮੇਰੇ ਕੋਲੋਂ ਵੀ ਵਾਹਿਗੁਰੂ ਵਾਹਿਗੁਰੂ ਕਹਾਏ। ਮਿੱਤਰ ਬਣਾਉਣਾ ਤੇ ਗੁਰੂ ਕਿਹਾ ਸਿੱਖਾ ਇਸ ਤਰ੍ਹਾਂ ਦਾ ਬਣਾ, ਜਿਹੜਾ ਆਪ ਵੀ ਜਪੇ ਤੈਨੂੰ ਵੀ ਜਪਾਵੇ, ਆਪ ਜਪੈ ਅਵਰਹਿ ਨਾਮ ਜਪਾਵੇ। ਇਹੋ ਜਿਹਾ ਮਿੱਤਰ ਬਣਾ ਜਿਹੜਾ ਆਪ ਵੀ ਜੁੜੇ ਔਰ ਤੈਨੂੰ ਵੀ ਜੋੜੇ, ਜਾਂ ਜਿਹੜਾ ਆਪ ਜੁੜਿਆ ਹੋਵੇ ਤੈਨੂੰ ਵੀ ਜੋੜ ਦੇਵੇ। ਉਹ ਮਿੱਤਰ ਦਾ ਕੀ ਫਾਇਦਾ ਹੈ ਜਿਹੜਾ ਗੁਰੂ ਘਰ ਆਉਂਦਿਆਂ ਨੂੰ ਬਾਂਹ ਫੜ ਕੇ ਆਖੇ ਵੀ ਚੱਲ ਆਪਾਂ ਠੇਕੇ ਤੇ ਚੱਲੀਏ, ਚੱਲ ਆਪਾਂ ਫਲਾਣੀ ਥਾਂ ਤੇ ਕੁਕਰਮ ਕਰਕੇ ਆਈਏ, ਮਾੜਾ ਕਰਮ ਕਰਕੇ ਆਈਏ। ਐਸੇ ਮਿੱਤਰ ਦਾ ਕੀ ਫਾਇਦਾ, ਕੀ ਲਾਭ ਹੈ? ਉਹ ਤੇ ਆਪ ਡੁੱਬਿਆ ਹੋਇਆ ਤੇ ਤੈਨੂੰ ਵੀ ਡੁੱਬਣਾ ਚਾਹੁੰਦਾ। ਮਿੱਤਰ ਇਹੋ ਜਿਹਾ ਬਣਾ ਜਿਹੜਾ ਆਖੇ ਚੱਲ ਓਏ ਮਿੱਤਰਾ ਛੱਡ ਦੁਨੀਆ ਦੇ ਕਰਮ ਕੁਕਰਮ, ਆਪਾਂ ਚੱਲੀਏ ਗੁਰੂ ਦੇ ਦੁਆਰ। ਮੈਂ ਵੀ ਬਾਣੀ ਸੁਣਨ ਵਾਸਤੇ ਪੜ੍ਹਨ ਵਾਸਤੇ ਚੱਲਿਆ ਤੇ ਚੱਲ ਤੈਨੂੰ ਵੀ ਨਾਲ ਲੈ ਕੇ
ਐਸੀ ਸੰਗਤ ਮਿਲੇ, ਇਹੋ ਜੀ ਕਿਰਪਾ ਹੋਵੇ। ਤੇ ਕਿੰਨੀਆਂ ਆਪਾਂ ਸਾਖੀਆਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚੋਂ, ਗੁਰੂ ਕਿਆਂ ਸਿੱਖਾਂ ਦੀਆਂ, ਜਿਨ੍ਹਾਂ ਨੇ ਦੂਜੇ ਦੇ ਭਲੇ ਵਾਸਤੇ ਐਸੇ ਪਰਉਪਕਾਰ ਕੀਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਿੱਤਰ ਇਸ ਤਰ੍ਹਾਂ ਦਾ ਬਣਾ ਜਿਹੜਾ ਬੰਧਨਾਂ ਤੋਂ ਛੁਡਾ ਦੇਵੇ, ਪਰਮਾਤਮਾ ਨਾਲ ਮਿਲਾ ਦੇਵੇ ਔਰ ਤੈਨੂੰ ਨਾਮ ਜਪਾਵੇ ਕੋਲ ਬੈਠ ਕੇ। ਹੈ ਕੋਈ ਐਸੋ ਹਮਰਾ ਮੀਤ, ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਸਾਡਾ ਮਿੱਤਰ ਬਣ ਸਕੇ। ਅਸਥਿਰ ਕਰੇ ਨਿਚਲ ਇਹੋ ਮਨੁਆ। ਇਹ ਜਿਹੜਾ ਸਾਡਾ ਮਨ ਹੈ ਨਾ ਗੁਰਮੁਖੋ, ਇਹ ਬੜਾ ਹੀ ਚੰਚਲ ਹੈ। ਇੰਨਾ ਚੰਚਲ ਹੈ, ਪਦਾਰਥ ਭਾਵੇਂ ਸਾਡੇ ਕੋਲ ਬਹੁਤ ਪਿਆ ਹੋਵੇ, ਖਾਣ ਵਾਲਾ, ਪਹਿਰਾਨ ਵਾਲਾ, ਪਰ ਫਿਰ ਵੀ ਮਨ ਟਿਕਦਾ ਨਹੀਂ ਹੈ, ਮਨ ਖਲੋਂਦਾ ਨਹੀਂ ਹੈ। ਮੰਨ ਲਓ ਅਸੀਂ ਦੁਕਾਨ ਤੇ ਚਲੇ ਜਾਂਦੇ ਹਾਂ ਨਾ ਸੂਟ ਲੈਣ ਵਾਸਤੇ, ਕੱਪੜਾ ਲੈਣ ਵਾਸਤੇ। ਹੁਣ ਦੁਕਾਨ ਬੜੀ ਵੱਡੀ ਹੈ, ਬੜੀ ਭਰੀ ਪਈ ਹੈ ਕੱਪੜੇ ਦੇ ਨਾਲ, ਪਰ ਮਨ ਇੰਨਾ ਚੰਚਲ ਹੈ, ਉੱਥੇ ਵੀ ਖਲੋਂਦਾ ਨਹੀਂ। ਹਾਲੇ ਹੋਰ ਤੋਂ ਹੋਰ, ਹੋਰ ਤੋਂ ਹੋਰ, ਅੱਗੇ ਤੋਂ ਅੱਗੇ ਲੱਭਦਾ ਪਿਆ। ਮਨ ਦੀ ਤ੍ਰਿਸ਼ਨਾ ਬੁੱਝੀ ਨਹੀਂ ਹੈ। ਭਾਵੇਂ ਕਿ ਇੰਨੇ ਕੱਪੜੇ ਅਸੀਂ ਖਰੀਦ ਨਹੀਂ ਸਕਣੇ ਜਿੰਨੇ ਦੁਕਾਨ ਤੇ ਪਏ ਨੇ, ਪਰ ਜਿੰਨੇ ਪਏ ਨੇ ਮਨ ਤੇ ਉੱਥੇ ਵੀ ਨਹੀਂ ਖਲੋਂਦਾ ਪਿਆ, ਮਨ ਤੇ ਉੱਥੇ ਵੀ ਨਹੀਂ ਜਾ ਕੇ ਰਜਿਆ ਹੈ। ਇਹ ਮਨ ਇਹੋ ਜਿਹਾ ਚੰਚਲ ਹੈ, ਸਾਰੀ ਦੁਨੀਆ ਦੀਆਂ ਸਾਰੀਆਂ ਵਸਤੂਆਂ ਵੀ ਮਿਲ ਜਾਣ ਤਾਂ ਵੀ ਇਹ ਮਨ ਰੱਜੇਗਾ ਨਹੀਂ, ਤਾਂ ਵੀ ਇਹ ਮਨ ਖਲੋਵੇਗਾ ਨਹੀਂ। ਤ੍ਰਿਸ਼ਨਾ ਫਿਰ ਵੀ ਬੁਝੇਗੀ ਨਹੀਂ, ਅੱਗੇ ਤੋਂ ਅੱਗੇ ਨਿਕਲਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਮਨ ਬੜਾ ਚੰਚਲ ਹੈ, ਪਰ ਕੋਈ ਗੁਰੂ ਕਾ ਪਿਆਰਾ ਐਸਾ ਮਿਲ ਜਾਵੇ ਜਿਹੜਾ ਚੰਚਲ ਮਨ ਨੂੰ ਅਸਥਿਰ ਕਰ ਦੇਵੇ, ਰੋਕ ਦੇਵੇ, ਟਿਕਾ ਦੇਵੇ। ਇਸ ਤਰ੍ਹਾਂ ਦਾ ਕੋਈ ਮਿੱਤਰ ਮਿਲਣਾ ਕਰੇ। ਬਹੁਰ ਨਾ ਕਤਹੁ ਧਾਵੈ। ਤੇ ਫਿਰ ਇਹ ਮਨ ਕਿਸੇ ਬੰਨੇ ਦੌੜੇ ਹੀ ਨਾ, ਇਹੋ ਜਿਹਾ ਟਿਕਾ ਦੇਵੇ, ਇਹੋ ਜਿਹਾ ਪੱਕੇ ਕਿੱਲ ਲਾ ਦੇਵੇ ਕੋਈ ਆ ਕੇ, ਕੋਈ ਰੱਬ ਦਾ ਪਿਆਰਾ, ਕੋਈ ਸਾਧੂ, ਕੋਈ ਸੰਤ, ਵੀ ਇਹ ਮਨ ਫਿਰ ਭਜਣਾ ਚਾਹਵੇ ਤੇ ਭੱਜ ਹੀ ਨਾ ਸਕੇ। ਇਹੋ ਜਿਹਾ ਗੁਰੂ ਦੇ ਚਰਨਾਂ ਦਾ ਭੌਰਾ ਬਣੇ, ਇਹੋ ਜਿਹਾ ਗੁਰੂ ਦੇ ਉੱਪਰ ਨਿਸ਼ਾਵਰ ਹੋਵੇ ਕਿ ਮਨ ਭਜਣਾ ਚਾਹਵੇ ਤੇ ਤਾਂ ਵੀ ਨਾ ਭਜੇ। ਇਸ ਤਰ੍ਹਾਂ ਦਾ ਕੋਈ ਮੈਨੂੰ ਮਿਲੇ ਗੁਰਮੁਖ, ਜਿਹੜਾ ਇਸ ਤਰ੍ਹਾਂ ਮੇਰੇ ਮਨ ਨੂੰ ਗੁਰੂ ਦੇ ਚਰਨਾਂ ਤੇ ਭੇਟ ਕਰ ਦੇਣਾ ਕਰੇ। ਕੋਈ ਹੈ ਕੋ ਐਸੋ ਹਮਰਾ ਮੀਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੋਈ ਹੈ ਇਸ ਤਰ੍ਹਾਂ ਦਾ ਮਿੱਤਰ ਦੁਨੀਆ ਦੇ ਵਿੱਚ। ਮਿੱਤਰ ਘਨੇਰੇ ਕਰ ਥੱਕੀ। ਦੁਨੀਆ ਵਿੱਚ ਮਿੱਤਰ ਤੇ ਬੜੇ ਬਣਾਏ ਨੇ, ਕੁਝ ਨਾਲ ਪੜ੍ਹਦੇ ਰਹੇ, ਕੁਝ ਨਾਲ ਜਵਾਨ ਹੋਏ, ਕਈਆਂ ਨੇ ਨਾਲ ਵਪਾਰ ਕੀਤਾ, ਕਈਆਂ ਨੇ ਨਾਲ ਨੌਕਰੀ ਕੀਤੀ ਹੈ, ਕਈਆਂ ਨੇ ਨਾਲ ਕੋਈ ਹੋਰ ਕਿੱਤਾ ਵਿਤਾ ਕੋਈ ਕੰਮ ਕੀਤਾ। ਮਿੱਤਰ ਘਨੇਰੇ ਕਰ ਥੱਕੀ। ਮਿੱਤਰ ਤੇ ਬੜੇ ਬਣਾਏ, ਇੰਨੇ ਬਣਾਏ ਵੀ ਕਈ ਭੁੱਲ ਹੀ ਗਏ, ਕਈ ਯਾਦ ਰਹਿ ਗਏ। ਪਰ ਉਹਨਾਂ ਕਈ ਮਿੱਤਰਾਂ ਦੇ ਵਿੱਚੋਂ ਕੋਈ ਇਹੋ ਜਿਹਾ ਮਿੱਤਰ ਹੈ ਜਿਹੜਾ ਤੇਰਾ ਮਨ ਰੋਕ ਦੇਵੇ, ਜਿਹੜਾ ਤੇਰੇ ਬੰਧਨ ਤੋੜ ਦੇਵੇ, ਜਿਹੜਾ ਤੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ। ਕੋਈ ਹੈ ਇਸ ਤਰ੍ਹਾਂ ਦਾ ਮਿੱਤਰ? ਨਹੀਂ, ਉਹ ਮਿੱਤਰ ਤੇ ਗੁਰੂ ਹੀ ਹੋ ਸਕਦਾ ਹੈ, ਉਹ ਮਿੱਤਰ ਤੇ ਪ੍ਰਮਾਤਮਾ ਹੀ ਹੋ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਪਰਮਾਤਮਾ ਨੂੰ ਮਿੱਤਰ ਆਖਿਆ। ਉਹਨੂੰ ਮਿੱਤਰ ਬਣਾ ਜਿਹੜਾ ਤੇਰੇ ਬੰਧਨਾਂ ਨੂੰ ਤੋੜਨਾ ਕਰੇ। ਸਗਲ ਸਮਗਰੀ ਜਿਉ ਹਿਉ ਦਿਓ। ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾਵੇ, ਮੈਂ ਉਹਨੂੰ ਭੇਟਾ ਦੇਵਾਂਗਾ। ਭੇਟਾ ਕੀ ਦੇਵਾਂਗਾ? ਸਗਲ ਸਮਗਰੀ, ਜਿੰਨੀ ਵੀ ਮੇਰੇ ਕੋਲ ਵਸਤੂ ਹੈ, ਜੋ ਵੀ ਮੇਰੇ ਘਰ-ਬਾਰ ਦੇ ਵਿੱਚ ਪਦਾਰਥ ਪਏ ਨੇ, ਮੈਂ ਸਾਰੇ ਹੀ ਭੇਟ ਕਰ ਦੇਵਾਂਗਾ। ਕੋਈ ਰੱਬ ਨੂੰ ਮਿਲਾਉਣ ਵਾਲਾ, ਕੋਈ ਰੱਬ ਦੀ ਗੱਲ ਸੁਣਾਉਣ ਵਾਲਾ, ਕੋਈ ਰੱਬ ਦੇ ਦਰ ਤੇ ਪਹੁੰਚਾਉਣ ਵਾਲਾ ਮਿਲੇ ਤੇ ਸਹੀ, ਪਦਾਰਥਾਂ ਦੀ ਕਮੀ ਨਹੀਂ ਰਹਿਣ ਦੇਵਾਂਗਾ। ਸਗਲ ਸਮਗਰੀ, ਜਿੰਨੀ ਮੇਰੇ ਘਰ ਵਿੱਚ ਸਮਗਰੀ ਪਈ ਹੈ, ਵਸਤੂ ਪਈ ਹੈ, ਮੈਂ ਸਾਰੀ ਉਹਨੂੰ ਭੇਟ ਕਰ ਦਿਆਂਗਾ। ਇੱਥੇ ਹੀ ਬਸ ਨਹੀਂ, ਮਹਾਰਾਜ ਕਹਿਣ ਲੱਗੇ, ਜੀਓ ਹੀਓ ਦੇਵੋ। ਮੈਂ ਆਪਣਾ ਜੀ ਵੀ ਉਹਨੂੰ ਦੇ ਦਿਆਂਗਾ, ਹੀਓ ਕਹੀਏ ਹਿਰਦਾ ਵੀ ਉਹਨੂੰ ਦੇ ਦਿਆਂਗਾ। ਕਹਿਣ ਤੋਂ ਭਾਵ ਇਹ ਆ ਵੀ ਤਨ ਮਨ ਧਨ ਸਭ ਕੁਝ ਉਸ ਨੂੰ ਭੇਟ ਕਰ ਦਿਆਂਗਾ, ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਉਣਾ ਕਰੇ। ਅਰਪੋ ਆਪਣੋ ਚੀਤ। ਮੈਂ ਆਪਣਾ ਚਿੱਤ, ਇਹ ਜਿਹੜਾ ਮਨ ਹੈ, ਇਹ ਵੀ ਉਹਨੂੰ ਹੀ ਭੇਟ ਕਰ ਦਿਆਂਗਾ। ਐਸਾ ਗੁਲਾਮ ਬਣਾਂਗਾ, ਐਸਾ ਦਾਸ ਬਣਾਂਗਾ,
ਕਦੇ ਵੀ ਜ਼ਿੰਦਗੀ ਦੇ ਵਿੱਚ ਇਹ ਬਚਨ ਨਹੀਂ ਜਨਾਵਾਂਗਾ ਵੀ ਇਹ ਤਨ ਮੇਰਾ ਹੈ, ਇਹ ਧਨ ਮੇਰਾ ਹੈ, ਇਹ ਮਨ ਮੇਰਾ ਹੈ। ਨਹੀਂ, ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਇੱਕ ਸਮੇਂ ਵਸਤੂ ਦਿੱਤੀ ਹੈ, ਦੂਜੇ ਸਮੇਂ ਮੰਗ ਲਈ ਹੈ। ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਨਾ, ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਗਏ ਸਨ, ਧੰਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਭੇਜਿਆ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਬੱਕਰਾ ਭੇਟ ਕੀਤਾ ਸੀ ਸੇਵਾ ਦੇ ਵਿੱਚ। ਸਾਖੀ ਬੜੀ ਲੰਮੀ ਹੈ, ਆਪਾਂ ਸਾਰੀ ਸਰਵਣ ਨਹੀਂ ਕਰਾਂਗੇ, ਕੇਵਲ ਇਸ਼ਾਰਾ ਮਾਤਰ ਬਚਨ ਲੈ ਨੇ। ਰਾਤ ਨੂੰ ਬੱਕਰਾ ਭੇਟ ਕਰਦਾ ਵੀ ਆ ਤੁਸੀਂ ਬਣਾ ਕੇ ਖਾ ਲਵੋ। ਜਦੋਂ ਦਿਨ ਚੜ੍ਹਦਾ ਨਾ ਤੇ ਫਿਰ ਸੁਨੇਹਾ ਭੇਜ ਦਿੰਦਾ, ਮੇਰਾ ਬੱਕਰਾ ਵਾਪਸ ਕਰੋ। ਪੁੱਛਿਆ ਕਿਉਂ? ਕਹਿਣ ਲੱਗੇ ਜੀ ਇਹ ਮੇਰੇ ਸਹਿਜਾਦੇ ਦਾ, ਮੇਰੇ ਪੁੱਤਰ ਦਾ ਬੱਕਰਾ ਸੀ, ਮੈਂ ਤੇ ਰਾਤੀ ਹਨੇਰੇ ਵਿੱਚ ਭੁਲੇਖੇ ਨਾਲ ਦੇ ਬੈਠਾ, ਤੁਸੀਂ ਦੂਜਾ ਕੋਈ ਲੈ ਲਵੋ ਤੇ ਮੇਰਾ ਮੈਨੂੰ ਵਾਪਸ ਕਰ ਦਿਓ। ਭਾਵੇਂ ਕਿ ਉਹ ਹਿੰਦੁਸਤਾਨ ਦਾ ਬਾਦਸ਼ਾਹ ਹੈ, ਬੱਕਰਿਆਂ ਦੀ ਕੋਈ ਕਮੀ ਨਹੀਂ ਹੈ, ਧਨ ਦੀ ਕੋਈ ਕਮੀ ਨਹੀਂ ਹੈ, ਪਰ ਦੁਨੀਆ ਦੇ ਰਾਜੇ ਐਸੇ ਨੇ, ਚੀਜ਼ ਦੇ ਕੇ ਮੁੜ ਕੇ ਮੰਗ ਵੀ ਸਕਦੇ ਨੇ, ਲੈ ਵੀ ਸਕਦੇ ਨੇ, ਜ਼ਬਤ ਵੀ ਕਰ ਸਕਦੇ ਸਾਰੀ ਪ੍ਰਾਪਰਟੀ, ਸਾਰਾ ਧਨ। ਪਰ ਮਹਾਰਾਜ ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਨਾ, ਉਹਨੂੰ ਐਸੀ ਵਸਤੂ ਦੇ ਦੇਵਾਂਗਾ, ਤਨ ਵੀ ਦੇਵਾਂਗਾ, ਮਨ ਵੀ ਦੇਵਾਂਗਾ, ਧਨ ਵੀ ਦੇ ਦੇਵਾਂਗਾ, ਇਹੋ ਜਿਹਾ ਦੇਵਾਂਗਾ ਮੁੜ ਕੇ ਕਦੇ ਵਾਪਸ ਨਹੀਂ ਲਵਾਂਗਾ, ਸਦਾ ਵਾਸਤੇ ਹੀ ਭੇਟ ਕਰ ਦੇਵਾਂਗਾ। ਪਰ ਭੇਟ ਉਹਦੇ ਅੱਗੇ ਕਰਾਂਗਾ ਜਿਹੜਾ ਪਰਮਾਤਮਾ ਨੂੰ ਮਿਲਾ ਦੇਣਾ ਕਰੇ। ਰਹਾਓ ਪਰ ਧਨ ਪਰ ਤਨ ਪਰ ਕੀ ਨਿੰਦਾ, ਇਨਸਿਓ ਪ੍ਰੀਤ ਨ ਲਾਗਾ। ਗੁਰੂ ਅਰਜਨ ਦੇ ਪਾਤਸ਼ਾਹ ਰਹਾਓ ਦੇ ਕੇ ਕਹਿਣ ਲੱਗੇ, ਪਰ ਇੱਕ ਗੱਲ ਹੈ, ਮੇਰਾ ਮਨ ਪ੍ਰਮਾਤਮਾ ਵਿੱਚ ਇੰਨਾ ਜੋੜ ਦੇਵੇ, ਮੈਨੂੰ ਪਰਾਏ ਦੇ ਧਨ ਦੀ ਇੱਛਾ ਰਹਿ ਹੀ ਨਾ ਜਾਵੇ। ਇੱਕ ਪਾਸੇ ਪਰਾਏ ਦਾ ਧਨ ਪਿਆ ਹੋਇਆ, ਉਹ ਧਨ ਮੈਂ ਵੇਖ ਕੇ ਉਹਦੀ ਇੱਛਾ ਰੱਖਾਂ ਹੀ ਨਾ ਵੀ ਆ ਮੈਨੂੰ ਮਿਲ ਜਾਵੇ। ਪਰਾਏ ਦੇ ਧਨ ਦਾ ਮੇਰੇ ਮਨ ਵਿੱਚ ਈਰਖਾ ਨਾ ਰਹਿ ਜਾਵੇ, ਪਰਾਏ ਦੇ ਧਨ ਦੀ ਪ੍ਰਾਪਤੀ ਕਰਨ ਦੀ ਕੋਈ ਇੱਛਾ ਨਾ ਰਹਿ ਜਾਵੇ। ਸਰੀਰ ਦੇ ਪਾਪ ਲਿਖੇ ਨੇ, ਮਨ ਦੇ ਪਾਪ ਲਿਖੇ ਨੇ। ਮਨ ਦੇ ਇਹ 3 ਪਾਪ ਨੇ। ਪਰਾਏ ਦਾ ਧਨ ਵੇਖ ਕੇ ਸਾੜਾ ਕਰਨਾ, ਇਹ ਮਨ ਦਾ ਪਾਪ ਹੈ। ਮਨ ਵਿੱਚ ਇਹ ਗੱਲ ਚੱਲਦੀ ਪਈ ਹੈ ਵੀ ਇਹਦੇ ਕੋਲ ਇੰਨਾ ਕਿੱਥੋਂ ਆਇਆ ਹੈ, ਸਾੜ ਹੋ ਜਾਣਾ, ਈਰਖਾ ਜੈਲਸੀ ਹੋ ਜਾਣੀ, ਇਹ ਮਨ ਦਾ ਪਾਪ ਹੈ। ਵੇਖ ਕੇ ਸੜੀ ਜਾਣਾ ਦੂਜੇ ਦੀ ਸ਼ੌਹਰਤ ਨੂੰ, ਦੂਜੇ ਦੇ ਧਨ। ਤੇ ਦੂਜਾ ਮਨ ਦਾ ਪਾਪ ਇਹ ਹੈ, ਫਿਰ ਉਸ ਧਨ ਨੂੰ ਚੁਰਾਉਣ ਦਾ ਸਕੀਮਾਂ ਬਣਾਉਣੀਆਂ ਮਨ ਦੇ ਵਿੱਚ। ਚੁਰਾਇਆ ਨਹੀਂ ਹੈ, ਪਰ ਵਿਉਂਤ ਜ਼ਰੂਰ ਬਣਾਉਣੀ ਹੈ ਵੀ ਜੇ ਮੈਂ ਇਸ ਤਰ੍ਹਾਂ ਕਰ ਲਵਾਂ ਜਾਂ ਇਸ ਤਰ੍ਹਾਂ ਕਰ ਲਵਾਂ ਤੇ ਇਸ ਤਰ੍ਹਾਂ ਮੈਂ ਧਨ ਖੋਹ ਸਕਦਾ, ਲੈ ਸਕਦਾ। ਇਹ ਦੂਜਾ ਪਾਪ ਹੈ, ਇਹ ਵੀ ਮਨ ਦਾ ਹੀ ਪਾਪ ਹੈ ਵੀ ਧਨ ਚੁਰਾਇਆ ਨਹੀਂ ਪਰ ਸੋਚਿਆ ਜ਼ਰੂਰ ਹੈ। ਦੁਨੀਆ ਦੇ ਕਾਨੂੰਨ ਨੇ ਨਾ, ਅਦਾਲਤਾਂ ਬਣੀਆਂ, ਕੋਰਟ ਬਣੀਆਂ, ਉਹਨਾਂ ਦੇ ਵਿੱਚ ਸਜ਼ਾ ਉਹ ਮਿਲਦੀ ਹੈ ਜਿਹੜਾ ਤੁਸੀਂ ਸਰੀਰ ਕਰਕੇ ਕੰਮ ਕੀਤਾ, ਜਿਹੜਾ ਤੁਸੀਂ ਮਨ ਵਿੱਚ ਸੋਚਿਆ ਨਾ। ਕੀ ਸੋਚਦੇ ਪਏ ਹੋ? ਮਨ ਵਿੱਚ ਸੋਚਣ ਦੀ ਕੋਈ ਸਜ਼ਾ ਨਹੀਂ ਹੈ ਦੁਨੀਆ ਦੀ ਕਿਸੇ ਅਦਾਲਤ ਵਿੱਚ। ਮਨ ਵਿੱਚ ਤੁਸੀਂ ਬੈਠੇ ਹੋਏ ਰਾਜੇ ਨੂੰ ਗਾਲਾਂ ਕੱਢੀ ਜਾਓ, ਕਿਸੇ ਅਫਸਰ ਨੂੰ ਗਾਲਾਂ ਕੱਢੀ ਜਾਓ, ਕਿਸੇ ਦਾ ਮਾੜਾ ਸੋਚੀ ਜਾਓ, ਉਹਦੇ ਵਾਸਤੇ ਕੋਈ ਸਜ਼ਾ ਨਹੀਂ ਹੈ। ਪਰ ਸਜ਼ਾ ਉਦੋਂ ਮਿਲੇਗੀ ਜਦੋਂ ਤੁਸੀਂ ਉਸ ਨੂੰ ਕਰਕੇ ਵਿਖਾ ਦਿਓ। ਮਨ ਵਿੱਚ ਕੀ ਚੱਲਦਾ ਹੈ? ਦੁਨਿਆਵੀ ਅਦਾਲਤਾਂ ਵਿੱਚ ਕੋਈ ਸਜ਼ਾ ਨਹੀਂ ਹੈ, ਪਰ ਮਹਾਰਾਜ ਕਹਿਣ ਲੱਗੇ ਰੱਬ ਦੀ ਅਦਾਲਤ ਵਿੱਚ ਇਹ ਵੀ ਗੱਲ ਸੁਣੀ ਜਾਣੀ ਹੈ, ਤੂੰ ਦੂਜੇ ਦਾ ਧਨ ਚੁਰਾਉਣ ਵਾਸਤੇ ਕਿਹੜੀਆਂ ਕਿਹੜੀਆਂ ਸਕੀਮਾਂ ਲਾਈਆਂ। ਚੁਰਾਇਆ ਹੈ ਕਿ ਭਾਵੇਂ ਨਹੀਂ ਚੁਰਾਇਆ, ਚੁੱਕਿਆ ਹੈ ਭਾਵੇਂ ਨਹੀਂ ਚੁੱਕਿਆ, ਪਰ ਸਕੀਮ ਤੇ ਲਾਈ ਹੈ ਨਾ, ਇਹ ਵੀ ਮਨ ਦਾ ਪਾਪ ਹੈ। ਦੂਜੇ ਦੇ ਧਨ ਨੂੰ ਵੇਖ ਕੇ ਈਰਖਾ ਮਨ ਵਿੱਚ ਰੱਖਣੀ, ਇਹ ਮਨ ਦਾ ਪਾਪ ਹੈ। ਧਨ ਨੂੰ ਚੁਰਾਉਣਾ, ਇਹ ਵੀ ਮਨ ਦਾ ਪਾਪ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਮਨ ਕਰਕੇ ਦੂਸਰੇ ਨੂੰ ਮਾੜੀ ਸਲਾਹ ਦੇਣੀ, ਮਨ ਦੇ ਵਿੱਚ ਫੁਰਨਾ ਪੈਦਾ ਹੋਣਾ ਵੀ ਸਲਾਹ ਮਾੜੀ ਦੇਵਾਂ, ਇਹ ਦੁੱਖ ਵਿੱਚ ਪੈ ਜਾਵੇ, ਇਹ ਮੁਸੀਬਤ ਵਿੱਚ ਪੈ ਜਾਵੇ। ਇਹ ਤੀਜਾ ਮਨ ਦਾ ਪਾਪ ਹੈ। ਇਹ ਮਨ ਦੇ ਪਾਪ ਨੇ ਜਿਨ੍ਹਾਂ ਦੀ ਸਜ਼ਾ ਵੀ ਮਿਲੇਗੀ ਰੱਬ ਦੀ ਦਰਗਾਹ ਦੇ ਵਿੱਚ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਇਹੋ ਜਿਹਾ ਮਨ ਗੁਰੂ ਦੇ ਨਾਲ ਜੋੜ ਦੇਵੇ, ਧਨ ਦਾ ਭਾਵੇਂ ਢੇਰ ਲੱਗਾ ਪਿਆ ਹੋਵੇ ਸਾਹਮਣੇ, ਪਰ ਮਨ ਫਿਰ ਵੀ ਨਾ ਜਾਵੇ।
ਹੁਣੇ ਆਪਾਂ ਬਚਨ ਸਰਵਣ ਕੀਤਾ ਹੈ ਨਾ ਵੀ ਮਨ ਧਨ ਵੇਖ ਕੇ ਮਨ ਉਧਰ ਜਾਵੇ ਨਾ, ਮਨ ਵਿੱਚ ਸੰਕਲਪ ਵੀ ਨਾ ਆਵੇ, ਫੁਰਨਾ ਵੀ ਨਾ ਆਵੇ। ਕਿਉਂਕਿ ਜਿਹਨੂੰ ਮੈਂ ਆਪਣਾ ਤਨ ਭੇਟ ਕਰਨ ਲੱਗਾ, ਮਨ ਭੇਟ ਕਰਨ ਲੱਗਾ, ਆਪਣਾ ਧਨ ਭੇਟ ਕਰ ਦੇਣਾ, ਆਪਣੀ ਸਾਰੀ ਸਮੱਗਰੀ ਭੇਟ ਕਰ ਦੇਣੀ ਹੈ। ਮੈਂ ਜਿਹਨੂੰ ਸਾਰਾ ਕੁਝ ਦਿੰਦਾ ਪਿਆ, ਫਿਰ ਮੇਰੇ ਤੇ ਉਹ ਲੈਣ ਵਾਲਾ ਇਹ ਕਿਰਪਾ ਕਰੇ ਕਿ ਮੇਰਾ ਮਨ ਕਦੇ ਪਰਾਏ ਦੇ ਧਨ ਵੱਲ ਜਾਏ ਹੀ ਨਾ। ਇਹੋ ਜਿਹਾ ਮੇਰਾ ਮਨ ਵਿਵੇਕੀ ਬਣ ਜਾਵੇ, ਇਹੋ ਜਿਹਾ ਮੇਰਾ ਮਨ ਤਿਆਗੀ ਬਣ ਜਾਵੇ। ਪੂਰੇ ਬ੍ਰਹਿਮੰਡ ਦੇ ਜਿੰਨੇ ਪਦਾਰਥ ਨੇ ਉਹ ਸਾਰੇ ਕਾਂ ਦੀ ਵਿਸ਼ਟਾ ਵਾਂਗੂ ਮੇਰੇ ਮਨ ਨੂੰ ਲੱਗਣ, ਮੈਂ ਉਹਨਾਂ ਨੂੰ ਪ੍ਰਾਪਤ ਨਾ ਕਰਾਂ, ਐਸੀ ਅਵਸਥਾ ਬਣਾਵੇ ਕੋਈ ਇਹੋ ਜਿਹਾ ਸੰਤ ਮੈਨੂੰ ਮਿਲਣਾ ਕਰੇ। ਪਰ ਧਨ ਇਸੇ ਤਰ੍ਹਾਂ ਦੂਜਾ ਬਚਨ ਮਹਾਰਾਜ ਨੇ ਵਰਤਿਆ, ਪਰਾਇਆ ਤਨ। ਤਨ ਕਹਿੰਦੇ ਸਰੀਰ, ਪਰਾਏ ਸਰੀਰ ਵੱਲ ਵੀ ਮਨ ਨਾ ਜਾਵੇ। ਦੁਨੀਆ ਦੇ ਵਿੱਚ ਪ੍ਰਮਾਤਮਾ ਨੇ ਬੜੇ ਬੜੇ ਇਨਸਾਨ ਬਣਾਏ ਨੇ, ਬੜੀ ਬੜੀ ਖੂਬਸੂਰਤੀ ਬਣਾਈ ਹੈ। ਦੋ ਤਰ੍ਹਾਂ ਦੀ ਮਾਇਆ ਹੈ, ਜੜ ਤੇ ਚੇਤਨ। ਜੜ ਮਾਇਆ ਉਹ ਹੈ ਜਿਹੜੀ ਸਾਡੀ ਜੇਬ ਦੇ ਵਿੱਚ ਹੈ, ਜਿਸ ਨੂੰ ਆਪਾਂ ਧਨ ਕਹਿ ਦਿੰਦੇ। ਤੇ ਚੇਤਨ ਮਾਇਆ ਉਹ ਹੈ ਜਿਹੜਾ ਦੂਸਰਾ ਸਰੀਰ ਹੈ, ਕਿਸੇ ਦੂਜੇ ਦੇ ਸਰੀਰ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਯਤਨ ਕਰਨੇ, ਪਰਾਏ ਦੀ ਇੱਜ਼ਤ ਦੇ ਉੱਪਰ ਹੱਥ ਪਾਉਣਾ ਜਾਂ ਕੁਕਰਮ ਕਰਨਾ। ਜਿਸ ਨੂੰ ਮਹਾਰਾਜ ਨੇ ਆਖਿਆ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਨੈ। ਕਾਮਨਾ, ਕਾਮ ਦੀ ਇੱਛਾ ਰੱਖ ਕੇ ਕੁਕਰਮ ਕਰਨ ਵਾਸਤੇ ਦੌੜਨਾ, ਭੱਜਣਾ, ਤੇ ਫਿਰ ਉਹ ਕੁਕਰਮ ਕਰਨਾ, ਉਸ ਨੂੰ ਕਿਹਾ ਜਾਂਦਾ ਪਰਾਏ ਤਨ ਦੇ ਨਾਲ ਵਿਕਾਰ ਭੋਗਣ ਵਾਸਤੇ ਮਨ ਦੌੜੇ। ਮਹਾਰਾਜ ਐਸੀ ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਐਸਾ ਖਿਆਲ ਵੀ ਨਾ ਆਵੇ, ਐਸੀ ਵਿਚਾਰ ਵੀ ਨਾ ਆਵੇ। ਭੋਗਣਾ ਵਿਕਾਰ ਜਾਂ ਸਰੀਰ ਤੇ ਦੂਰ ਦੀ ਗੱਲ ਹੈ, ਮੇਰੇ ਮਨ ਵਿੱਚ ਉਹ ਵਿਚਾਰ ਵੀ ਨਾ ਆਵੇ, ਫੁਰਨਾ ਹੀ ਨਾ ਆਵੇ। ਇਹੋ ਜਿਹਾ ਸੰਤ ਮਿਲੇ ਜਿਹੜਾ ਪਰਾਏ ਦੇ ਤਨ ਤੋਂ ਮੋਹ ਮੇਰਾ ਚੁੱਕ ਦੇਵੇ, ਕਾਮ ਦੀ ਵਾਸ਼ਨਾ ਖਤਮ ਕਰ ਦੇਵੇ। ਇਹੋ ਜਿਹਾ ਸੰਤ ਮਿਲਣਾ ਚਾਹੀਦਾ, ਇਹੋ ਜਿਹਾ ਸਾਧੂ ਹੋਣਾ ਚਾਹੀਦਾ, ਇਹੋ ਜਿਹਾ ਸਿੱਖ ਹੋਣਾ ਚਾਹੀਦਾ। ਇਤਿਹਾਸ ਦੇ ਵਿੱਚ ਆਪਾਂ ਬਚਨ ਸਰਵਣ ਕਰਦੇ ਹਾਂ, ਹਰੀ ਸਿੰਘ ਨਲੂਆ ਬਹੁਤ ਵੱਡਾ ਜਰਨੈਲ ਹੈ ਮਹਾਰਾਜਾ ਰਣਜੀਤ ਸਿੰਘ ਦਾ। ਬੜੀ ਬਹਾਦਰੀ ਹੈ, ਬਹਾਦਰੀ ਦੀ ਧਾਕ ਦੁਸ਼ਮਣਾਂ ਦੇ ਘਰਾਂ ਤੱਕ, ਦੁਸ਼ਮਣਾਂ ਦੇ ਕਿਲਿਆਂ ਤੱਕ ਹਰੀ ਸਿੰਘ ਨਲੂਆ ਦੀ ਬਹਾਦਰੀ ਹੈ। ਇਕੱਲੇ ਨੂੰ ਵੇਖ ਕੇ ਵੀ ਕੋਈ ਹੱਥ ਨਹੀਂ ਪਾਉਂਦਾ, ਐਡਾ ਵੱਡਾ ਬਹਾਦਰ ਹੈ, ਦੁਨੀਆ ਜਾਣਦੀ ਹੈ। ਇਹ ਬਹੁਤ ਵੱਡਾ ਬਹਾਦਰ ਹੈ, ਬੜਾ ਵੱਡਾ ਸੂਰਮਾ। ਕਹਿਣ ਲੱਗੇ ਉਹਦੀ ਸੂਰਮਤਾਈ ਵੇਖ ਕੇ ਨਾ ਇੱਕ ਪਠਾਨ ਬੀਬੀ ਨੇ, ਪਠਾਣੀ ਨੇ ਆਖਿਆ, ਕਹਿਣ ਲੱਗੀ ਸਰਦਾਰ ਹਰੀ ਸਿੰਘ ਨਲੂਆ ਜੀ ਤੁਹਾਡੇ ਵਰਗਾ ਪੁੱਤਰ ਚਾਹੀਦਾ। ਉਹਦੀ ਭਾਵਨਾ ਕੁਝ ਹੋਰ ਸੀ ਵੀ ਇਹ ਬੜਾ ਵੱਡਾ ਬਹਾਦਰ ਹੈ, ਬੜਾ ਵੱਡਾ ਸੂਰਮਾ, ਬੜੇ ਉੱਚੇ ਸੁੱਚੇ ਜੀਵਨ ਵਾਲਾ ਹੈ, ਕਹਿਣੀ ਤੇ ਕਰਨੀ ਦਾ ਪੂਰਾ ਹੈ। ਜੇ ਮੈਨੂੰ ਇਹ ਆਪਣਾ ਪੁੱਤਰ ਦੇ ਦੇਵੇ ਤੇ ਮੇਰਾ ਪੁੱਤਰ ਵੀ ਹੋ ਸਕਦਾ ਹੈ ਇਹਦੇ ਵਰਗਾ ਬਾਪ ਦੇ ਉੱਪਰ ਹੀ ਜਾਏ, ਇਹਦੇ ਵਰਗਾ ਹੀ ਮੇਰਾ ਪੁੱਤਰ ਨਿਕਲ ਆਵੇ, ਮੇਰੇ ਪੁੱਤਰ ਦਾ ਵੀ ਨਾਮ ਬਣ ਜਾਏ ਦੁਨੀਆ। ਜਦੋਂ ਇਹ ਗੱਲ ਆਖੀ ਨਾ ਵੀ ਤੇਰੇ ਵਰਗਾ ਪੁੱਤਰ ਚਾਹੀਦਾ, ਸਰਦਾਰ ਹਰੀ ਸਿੰਘ ਨਲੂਆ ਸਮਝ ਗਏ ਉਹਦੀ ਰਮਜ ਨੂੰ, ਉਹਦੀ ਬਾਤ ਨੂੰ, ਉਹਦੇ ਵਿਚਾਰ ਨੂੰ ਸਮਝ ਗਿਆ ਵੀ ਇਹ ਬੀਬੀ ਚਾਹੁੰਦੀ ਕੀ ਹੈ। ਇਹ ਬਚਨ ਸੁਣਦਿਆਂ ਨਾਲ ਹੀ ਉਹਦੇ ਗੋਡੀ ਹੱਥ ਲਾਉਂਦਿਆਂ ਆਖਿਆ, ਕਹਿਣ ਲੱਗੇ ਬੀਬੀ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਹੋਇਆ। ਵਾਹਿਗੁਰੂ। ਪੁੱਤਰ ਹੋਣਾ, ਪ੍ਰਾਪਤ ਹੋਣਾ ਉਹ ਤੇ ਲੰਮੀ ਗੱਲ ਹੈ। ਮੈਂ ਅੱਜ ਤੋਂ ਹੀ ਤੈਨੂੰ ਆਪਣੀ ਮਾਂ ਮੰਨਦਾ, ਤੂੰ ਅੱਜ ਤੋਂ ਹੀ ਮੈਨੂੰ ਆਪਣਾ ਪੁੱਤਰ ਜਾਣ ਲੈ। ਤੇਰੇ ਤੇ ਕੋਈ ਦੁੱਖ ਪਵੇ, ਮੁਸੀਬਤ ਪਵੇ, ਕੋਈ ਲੋੜ ਪਵੇ, ਮੈਨੂੰ ਯਾਦ ਕਰੀ, ਮੈਂ ਹਰ ਵੇਲੇ ਤੇਰੇ ਹਾਜ਼ਰ ਹੋ ਜਾਵਾਂਗਾ। ਜਿਹੜਾ ਕੰਮ ਤੂੰ ਕਹੇਂਗੀ ਉਹੀ ਕਰਾਂਗਾ, ਪਰ ਮੈਂ ਅੱਜ ਤੋਂ ਤੇਰਾ ਪੁੱਤਰ ਤੇ ਤੂੰ ਅੱਜ ਤੋਂ ਮੇਰੀ ਮਾਤਾ ਹੋਈ। ਗੁਰੂ ਕੇ ਸਿੱਖ ਦਾ ਜੀਵਨ ਇਸ ਤਰ੍ਹਾਂ ਦਾ ਹੋਵੇ ਤੇ ਤਾਂ ਹੀ ਉਹ ਪਠਾਣੀਆਂ ਆਖਦੀਆਂ ਸਨ ਵੀ ਬੱਚਿਆ ਸੌਂ ਜਾ ਨਹੀਂ ਤੇ ਨਲੂਆ ਆ ਜਾਏਗਾ। ਇਹ ਡਰ ਐਵੇਂ ਨਹੀਂ ਬਣ ਗਿਆ, ਇਹ ਜੀਵਨ ਕਰਕੇ ਬਣਿਆ ਗੁਰਮੁਖੋ। ਜੇ ਜੀਵਨ ਹੀ ਗਿਰਿਆ ਹੋਇਆ ਹੋਵੇ ਤੇ ਫਿਰ ਕਾਹਦਾ ਉੱਥੇ ਭੈ ਤੇ ਕਾਹਦਾ ਡਰ। ਦੁਸ਼ਮਣਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇੰਨਾ ਉੱਚਾ ਸੁੱਚਾ ਜੀਵਨ ਗੁਰੂ ਕੇ ਖਾਲਸੇ ਦਾ ਹੈ। ਇੱਕ ਵਾਰੀ ਆਖੀਏ ਸਤਨਾਮ
ਸ੍ਰੀ ਵਾਹਿਗੁਰੂ। ਗੁਰੂ ਕਿਹਾ ਸਿੱਖਾ ਇਸ ਤਰ੍ਹਾਂ ਦਾ ਜੀਵਨ ਹੋਵੇ, ਤੇਰੇ ਸਾਹਮਣੇ ਪਰਾਇਆ ਤਨ ਆ ਵੀ ਜਾਵੇ, ਜਿਵੇਂ ਉਹ ਬੀਬੀ ਆ ਗਈ ਹੈ, ਉਹ ਆਪਣੀ ਭਾਵਨਾ ਵੀ ਪ੍ਰਗਟ ਕਰੇ, ਪਰ ਤੇਰਾ ਮਨ ਇਹੋ ਜਿਹਾ ਗੁਰੂ ਚਰਨਾਂ ਦਾ ਭੌਰਾ ਹੋਵੇ, ਉਸ ਪਾਸੇ ਦਾ ਖਿਆਲ ਹੀ ਨਾ ਆਵੇ। ਇਹੋ ਜਿਹਾ ਸੰਤ ਕੋਈ ਮਿਲੇ, ਕੋਈ ਸਾਧੂ ਮਿਲੇ, ਹੈ ਕੋਈ ਐਸੋ ਹਮਰਾ ਮੀਤ। ਇਹ ਰਹਾਉ ਦੀ ਪੰਕਤੀ ਵਾਰ-ਵਾਰ ਢੁਕਦੀ ਹੈ ਹਰੇਕ ਪੰਕਤੀ ਦੇ ਉੱਪਰ। ਕੋਈ ਇਹੋ ਜਿਹਾ ਮਿੱਤਰ ਹੈ ਜਿਹੜਾ ਮੈਨੂੰ ਇਸ ਤਰ੍ਹਾਂ ਦੀ ਅਵਸਥਾ ਵਿੱਚ ਲੈ ਕੇ ਜਾਣਾ ਕਰੇ। ਪਰ ਕੀ ਨਿੰਦਾ ਅਤੇ ਪਰਾਏ ਦੀ ਨਿੰਦਿਆ, ਇਹ ਆਮ ਲੋਕਾਂ ਨੂੰ ਬੜੀ ਚੰਗੀ ਲੱਗਦੀ ਹੈ। ਦੂਜੇ ਦੀ ਨਿੰਦਿਆ, ਦੂਜੇ ਦੀ ਚੁਗਲੀ, ਇਹ ਗੁਰਮੁਖੋ ਸਰੀਰ ਦਾ ਪਾਪ ਹੈ। ਨਿੰਦਿਆ ਕਰਨੀ ਇਹ ਸਰੀਰ ਦਾ ਪਾਪ ਹੈ। ਹੁਣ ਇਹ ਆਪਾਂ ਮਨ ਦੇ ਪਾਪ ਗਿਣੇ ਸਨ, ਇਹ ਸਰੀਰ ਦਾ ਪਾਪ ਹੈ। ਨਿੰਦਿਆ ਕਰਨੀ, ਚੁਗਲੀ ਕਰਨੀ, ਇਹ ਵੀ ਸਰੀਰ ਦਾ ਪਾਪ ਹੈ। ਤੇ ਫਿਰ ਤਨ ਕਰਕੇ ਉਹ ਕੰਮ ਕਰਨਾ, ਇਹ ਵੀ ਸਰੀਰ ਦਾ ਪਾਪ ਹੈ। ਤਿੰਨ ਪਾਪ ਸਰੀਰ ਦੇ ਗਿਣੇ ਨੇ, ਇਹ ਤਿੰਨ ਪਾਪ ਮਨ ਦੇ ਗਿਣੇ ਨੇ। ਮਨ ਦੇ ਆਪਾਂ ਸੁਣ ਲੈ, ਸਰੀਰ ਦੇ ਇਹ ਪਾਪ ਨੇ। ਨਿੰਦਿਆ ਕਰਨੀ, ਚੁਗਲੀ ਕਰਨੀ, ਕਿਸੇ ਦੇ ਬਣਦੇ ਕੰਮ ਨੂੰ ਵਿਗਾੜਨਾ, ਜਾਂ ਕੰਮ ਹੁੰਦੇ ਦੇ ਵਿੱਚ ਕੋਈ ਨਾ ਕੋਈ ਅਟਕਲ ਪੇਸ਼ ਕਰ ਦੇਣੀ, ਕੋਈ ਅਰੋੜਾ ਢਾਹ ਦੇਣਾ, ਕੋਈ ਕੰਮ ਨੂੰ ਰੋਕਣ ਦਾ ਯਤਨ ਕਰਨਾ, ਇਹ ਵੀ ਸਰੀਰ ਦਾ ਪਾਪ ਹੈ। ਇਹ ਤਿੰਨ ਪਾਪ ਸਰੀਰ ਦੇ ਨੇ। ਭਾਵੇਂ ਦੁਨਿਆਵੀ ਲੋਕਾਂ ਦੇ ਵਿੱਚ ਨਿੰਦਿਆ ਕਰਕੇ, ਚੁਗਲੀ ਕਰਕੇ ਕੋਈ ਸਜ਼ਾ ਨਾ ਮਿਲੇ, ਪਰ ਰੱਬ ਦੀ ਦਰਗਾਹ ਦੇ ਵਿੱਚ ਇਹਦਾ ਹਿਸਾਬ ਲਿਆ ਜਾਣਾ। ਤੂੰ ਇਸ ਜ਼ੁਬਾਨ ਦੇ ਨਾਲ ਕਿੰਨੀ ਕੁ ਨਿੰਦਿਆ ਤੇ ਕਿੰਨੀ ਕੁ ਚੁਗਲੀ ਕੀਤੀ। ਮਹਾਰਾਜ ਦਾ ਬਚਨ ਹੈ, ਨਿੰਦਕ ਡੂਬਾ ਹਮ ਉਤਰੇ ਪਾਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿਣ ਲੱਗੇ, ਨਿੰਦਿਆ ਕਰਨ ਵਾਲੇ ਨੂੰ ਇਹ ਸਜ਼ਾ ਮਿਲੇਗੀ। ਉਹ ਸੰਸਾਰ ਰੂਪੀ ਟੋਏ ਵਿੱਚ ਡਿੱਗ ਪਵੇਗਾ, ਸੰਸਾਰ ਦੇ ਸਮੁੰਦਰ ਵਿੱਚ ਉਹ ਡੁੱਬ ਜਾਏਗਾ, ਪਾਰ ਨਹੀਂ ਹੋਵੇਗਾ, ਕਿਉਂਕਿ ਉਹਨੂੰ ਕੀਤੀ ਦੀ ਸਜ਼ਾ ਮਿਲਣੀ ਹੈ। ਮਹਾਰਾਜ ਕਹਿਣ ਲੱਗੇ, ਕੋਈ ਇਹੋ ਜਿਹਾ ਸੰਤ ਮਿਲੇ ਜਿਹੜਾ ਸਾਡੇ ਮਨ ਦੇ ਧਿਆਨ ਨੂੰ ਪਰਾਏ ਦੇ ਧਨ ਵੱਲ ਨਾ ਜਾਣ ਦੇਵੇ, ਜਿਹੜਾ ਸਾਡੇ ਮਨ ਦੇ ਧਿਆਨ ਨੂੰ ਪਰਾਏ ਸਰੀਰ ਵੱਲ ਨਾ ਜਾਣ ਦੇਵੇ। ਇਹੋ ਜਿਹਾ ਸੰਤ ਕੋਈ ਮਿਲ ਜਾਵੇ ਜਿਹੜਾ ਸਾਡੀ ਜ਼ੁਬਾਨ ਤੋਂ ਕਦੇ ਨਿੰਦਿਆ ਦਾ ਬਚਨ ਤੱਕ ਨਾ ਆਉਣ ਦੇਵੇ, ਇਹੋ ਜਿਹਾ ਉੱਚੇ ਸੁੱਚੇ ਜੀਵਨ ਨੂੰ ਪ੍ਰਾਪਤ ਕਰਵਾ ਦੇਵੇ। ਕੋਈ ਹੈ ਇਹੋ ਜਿਹਾ ਦੁਨੀਆ ਵਿੱਚ ਸੰਤ ਜਿਹੜਾ ਸਾਨੂੰ ਐਸੇ ਜੀਵਨ ਦੇ ਵੱਲ ਲੈ ਕੇ ਜਾਣਾ ਕਰੇ। ਇਨਸਿਓ ਪ੍ਰੀਤ ਨਾ ਲਾਗੈ, ਇਹਨਾਂ ਦੇ ਨਾਲ ਪ੍ਰੀਤੀ ਨਾ ਬਣੇ, ਨਾ ਨਿੰਦਿਆ ਨਾਲ ਪ੍ਰੀਤੀ ਬਣੇ, ਨਾ ਦੂਸਰੇ ਕਿਸੇ ਵਿਅਕਤੀ ਦੇ ਨਾਲ ਬਣੇ, ਨਾ ਕਿਸੇ ਦੇ ਧਨ ਦੇ ਨਾਲ ਪ੍ਰੀਤ ਨਾ ਬਣੇ। ਇਹੋ ਜਿਹਾ ਕੋਈ ਸੰਤ ਸਾਨੂੰ ਇਹੋ ਜਿਹੇ ਜੀਵਨ ਵੱਲ ਲੈ ਜਾਵੇ, ਜੀਵਨ ਹੀ ਇਹੋ ਜਿਹਾ ਬਣ ਜਾਵੇ ਕਿ ਸਾਰਾ ਕੁਝ ਸਾਡੇ ਸਾਹਮਣੇ ਪਿਆ ਹੋਇਆ ਪਰ ਫਿਰ ਵੀ ਵੇਖਣ ਨੂੰ ਮਨ ਨਾ ਕਰੇ। ਇਹੋ ਜਿਹਾ ਕੋਈ ਸੰਤ ਸਾਨੂੰ ਮਿਲ ਜਾਣਾ ਕਰੇ। ਸੰਤ ਹੈ ਸੰਗ ਸੰਤ ਸੰਭਾਖਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਸੰਤ ਇਹੋ ਜਿਹੀ ਕਿਰਪਾ ਕਰੇ ਕਿ ਸੰਤ ਹੈ ਸੰਗ, ਸਾਨੂੰ ਸਾਧ ਸੰਗਤ ਦਾ ਸੰਗ ਮਿਲ ਜਾਵੇ। ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਤੇ ਗੁਰਮੁਖੋ ਸੰਤ ਨਹੀਂ ਨਾ ਕੋਈ ਹੋ ਸਕਦਾ ਹੈ। ਤੇ ਸੰਤਾਂ ਨੂੰ ਬਣਾਉਣ ਵਾਲੇ ਨੇ ਨਾ ਵੱਡੇ ਵੱਡੇ ਸੰਤ, ਕਹਿਣੀ ਕਰਨੀ ਦੇ ਜਿਹੜੇ ਪੂਰੇ ਹੋਏ, ਉਹ ਵੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਹੀ ਇਸ ਅਵਸਥਾ ਨੂੰ ਪਹੁੰਚੇ ਨਾ। ਸੰਤ ਵੀ ਤੇ ਤਾਂ ਹੀ ਬਣੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਬਾਣੀ ਸੰਤ ਬਣਾਉਣ ਵਾਲੀ ਹੈ। ਬਾਣੀ ਜਿਹੜੀ ਹੈ ਤੈਨੂੰ ਮੁਕਤ ਕਰਨ ਵਾਲੀ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਬਾਣੀ ਨਿਰੰਕਾਰ ਧੰਨ ਪਰਮੇਸ਼ਰ ਦਾ ਰੂਪ ਹੈ। ਜਿਹੜਾ ਇਸ ਬਾਣੀ ਨੂੰ ਪੜ੍ਹਦਾ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦਾ ਹੈ। ਇਹ ਬੇਵਕੂਫ ਲੋਕਾਂ ਦੀ ਇਹ ਵਿਚਾਰ ਹੈ ਕਿ ਗੁਰਬਾਣੀ ਇੱਕ ਜਰੀਆ ਹੈ, ਇੱਕ ਸਾਧਨ ਹੈ। ਗੁਰਬਾਣੀ ਜਰੀਆ ਤੇ ਸਾਧਨ ਨਹੀਂ, ਗੁਰਬਾਣੀ ਖੁਦ ਪਰਮੇਸ਼ਰ ਹੈ, ਖੁਦ ਨਿਰੰਕਾਰ ਹੈ। ਸਤਿਗੁਰਾਂ ਨੇ ਲਿਖਿਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸਤਿਗੁਰੂ ਇੱਥੇ ਬਚਨ ਕਰਦੇ, ਕਹਿਣ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਦੇ। ਸੰਤ ਹੈ ਸੰਗ, ਆਪਾਂ ਜਿੰਨੇ ਵਿੱਚ ਸੰਗਤ ਵਿੱਚ ਬੈਠੇ ਆ, ਸਭ ਤੋਂ ਵੱਡੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਤੇ ਸਤ ਸੰਗਤ ਹੀ ਸਾਰਿਆਂ ਤੋਂ ਵੱਡੀ ਦਾਤ ਹੈ ਜੋ ਸਾਨੂੰ ਪ੍ਰਾਪਤ ਹੋ ਰਹੀ ਹੈ। ਕੋਈ ਸੰਤ ਇਹੋ ਜਿਹਾ ਮਿਲੇ ਜਿਹੜਾ ਸੰਤਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਗੁਰੂ ਕੀ ਸੰਗਤ ਸਾਨੂੰ ਪ੍ਰਾਪਤ ਕਰਵਾ ਦੇਣਾ ਕਰੇ। ਸੰਤ ਸੰਭਾਖਣ। ਤੇ ਦੂਜਾ ਬਚਨ ਇਹ ਆ ਵੀ ਸੰਤਾਂ ਦੇ ਨਾਲ ਸੰਭਾਖਣ ਤੋਂ ਭਾਵ ਹੁੰਦਾ, ਭਾਖਣ ਤੋਂ ਭਾਵ ਹੁੰਦਾ ਗੁਰਮੁਖੋ ਕਹਿਣਾ।
ਤੇ ਸੱਸੇ ਤੋਂ ਭਾਵ ਲੈ ਲੈਣਾ ਸ੍ਰੇਸ਼ਟ ਬਚਨ ਕਹਿਣੇ ਤੇ ਸੁਣਨੇ, ਇਹ ਵੀ ਸੰਗਤ ਵਿੱਚੋਂ ਮਿਲ ਜਾਣ। ਸੰਗਤ ਵਿੱਚ ਬੈਠਣਾ ਤੇ ਇੱਕ ਮਿਲ ਗਿਆ, ਪਰ ਸੰਗਤ ਵਿੱਚ ਬੈਠ ਕੇ ਸ਼ੁਭ ਬਚਨ ਸੁਣਨੇ ਤੇ ਸ਼ੁਭ ਬਚਨ ਕਹਿਣੇ। ਜਿਵੇਂ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਹਾਂ, ਕੀਰਤਨ ਸਰਵਣ ਕਰਦੇ, ਕਥਾ ਸਰਵਣ ਕਰਦੇ, ਪਾਠ ਸਰਵਣ ਕਰਦੇ, ਇਹ ਹੈ ਸ਼ੁਭ ਬਚਨ ਸੁਣਨਾ ਤੇ ਸ਼ੁਭ ਬਚਨ ਕਹਿਣਾ। ਕਹਿਣ ਲੱਗੇ ਸੰਤ ਇਹੋ ਜਿਹਾ ਮਿਲੇ ਜਿਹਦੀ ਸੰਗਤ ਵੀ ਮਿਲੇ, ਜਿੱਥੇ ਸੰਤਾਂ ਦੇ ਨਾਲ ਸ਼ੁਭ ਬਚਨ ਕਹਿਣੇ ਤੇ ਸੁਣਨੇ ਸਾਨੂੰ ਪ੍ਰਾਪਤ ਹੋ ਜਾਣਾ ਕਰਨਾ। ਹਰ ਕੀਰਤਨ ਮਨ ਜਾਗੈ, ਅਤੇ ਸਾਡਾ ਇਹ ਮਨ ਪਰਮਾਤਮਾ ਦੀ ਕੀਰਤੀ ਦੇ ਵਿੱਚ, ਵਡਿਆਈ ਦੇ ਵਿੱਚ ਜਾਗ ਪਵੇ, ਜਾਗਦਾ ਰਵੇ। ਇਹ ਮਨ ਸੋਇਆ ਮਾਇਆ ਬਿਸਮਾਰ, ਇਹ ਮਾਇਆ ਦੇ ਰੰਗ ਦੇ ਵਿੱਚ, ਆਨੰਦ ਦੇ ਵਿੱਚ ਮਨ ਸੁੱਤਾ ਹੋਇਆ, ਕਈ ਤਰ੍ਹਾਂ ਦੇ ਸੁਪਨੇ ਲੈਂਦਾ ਪਿਆ। ਪਰ ਕਹਿਣ ਲੱਗੇ ਮਨ ਸੁੱਤਾ ਹੋਇਆ ਜਾਗ ਪਵੇ ਪਰਮਾਤਮਾ ਦੇ ਨਾਮ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ। ਹਰ ਕੀਰਤਨ ਮਨ ਜਾਗੈ, ਪਰਮਾਤਮਾ ਦੀ ਕੀਰਤੀ ਵਿੱਚ, ਕੀਰਤਨ ਦੇ ਵਿੱਚ ਮਨ ਜਾਗਦਾ ਰਹੇ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਿਸਕੇ ਸੰਗ ਤੇ ਬਿਸ਼ਰਾ ਤਾਹੀ ਕੇ ਸੰਗ ਲਾਗ। ਜਿਹਦੇ ਨਾਲੋਂ ਟੁੱਟਿਆ ਹੋਇਆ ਨਾ ਬੰਦਿਆ, ਉੱਠ ਕੇ ਬੈਠ ਤੇ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ ਜਿਹਨੇ ਤੈਨੂੰ ਬਣਾਇਆ। ਉੱਠ ਫਰੀਦਾ ਉਜੂ ਸਾਜ, ਸੁਬਹ ਨਵਾਜ ਗੁਜ਼ਾਰ। ਇਹ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਉਜੂ ਕਰ, ਪੰਜ ਇਸ਼ਨਾਨਾ ਕਰ, ਇਸ਼ਨਾਨ ਕਰ, ਬਾਣੀ ਪੜ੍ਹ, ਨਿਤਨੇਮ ਕਰ। ਜਿਸ ਪਰਮਾਤਮਾ ਦੇ ਨਾਲ ਤੂੰ ਵਿਛੜਿਆ ਹੋਇਆ, ਉਹਦਾ ਨਾਮ ਲਵੇਂਗਾ ਤਾਂ ਲੱਭੀ ਦਰਬਾਰ, ਤਾਂ ਤੈਨੂੰ ਉਹਦੇ ਸਰੂਪ ਦੀ ਪ੍ਰਾਪਤੀ ਹੋਣੀ। ਸਾਡਾ ਮਨ ਕੀਰਤਨ ਵਿੱਚ ਜਾਗ ਪਵੇ। ਮਹਾਰਾਜ ਕਹਿਣ ਲੱਗੇ ਹੈ ਕੂ ਐਸੋ ਹਮਰਾ ਮੀਤ, ਕੋਈ ਹੈ ਇਹੋ ਜਿਹਾ ਮਿੱਤਰ ਜਿਹੜਾ ਸਾਨੂੰ ਕੀਰਤਨ ਦੇ ਵਿੱਚ, ਦਰਬਾਰ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸੁਣ ਦੇ ਵਿੱਚ ਜਗਾ ਦੇਣਾ ਕਰੇ। ਗੁਣ ਨਿਧਾਨ ਦਿਆਲ ਪੁਰਖ ਪ੍ਰਭ, ਸਰਬ ਸੁਖ ਦਇਆਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਉਹ ਸਦਾ ਦਿਆਲਤਾ ਕਰਨ ਵਾਲਾ ਹੈ, ਉਹ ਪੂੰ ਇਤਿਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਸਦਾ ਹੀ ਦਿਆਲੂ ਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਮੰਗੇ ਦਾਨ ਨਾਮ ਤੇਰੋ ਨਾਨਕ, ਜਿਉ ਮਾਤਾ ਬਾਲ ਗੋਪਾਲਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਥੇ ਸ਼ਬਦ ਸੰਪੂਰਨ ਕਰਦੇ, ਗੁਰੂ ਕੀ ਸੰਗਤ ਤੇ ਬਚਨ ਕਰਦੇ, ਕਹਿਣ ਲੱਗੇ ਮੰਗੈ ਦਾਨ, ਅਸੀਂ ਦਾਨ ਮੰਗਦੇ ਹਾਂ। ਦਾਨ ਮੰਗਦੇ ਕਿਵੇਂ ਆ? ਜੋ ਮਾਤਾ ਬਾਲ ਗੋਪਾਲਾ। ਜਿਵੇਂ ਇੱਕ ਛੋਟਾ ਜਿਹਾ ਬੱਚਾ ਭੁੱਖ ਲੱਗੀ, ਤੂੰ ਆਪਣੀ ਮਾਂ ਨੂੰ ਕਹਿੰਦਾ ਮਾਂ ਰੋਟੀ ਦੇ ਜਾਂ ਮੈਨੂੰ ਦੁੱਧ ਦੇ, ਭੁੱਖ ਲੱਗੀ ਹੈ। ਤੇ ਬੱਚੇ ਦਾ ਤਰਲਾ ਸੁਣ ਕੇ ਮਾਂ ਭਾਵੇਂ ਕੁਝ ਵੀ ਕਰਦੀ ਹੋਵੇ, ਸਾਰੇ ਕੰਮ ਛੱਡ ਕੇ ਉਹਦੇ ਮੂੰਹ ਦੇ ਵਿੱਚ ਬੁਰਕੀ ਪਾਉਂਦੀ ਹੈ। ਕਹਿਣ ਲੱਗੇ ਜਿਵੇਂ ਇੱਕ ਬੱਚਾ ਮਾਂ ਦੇ ਕੋਲੋਂ ਰੋਟੀ ਮੰਗਦਾ, ਮਾਂ ਸਾਰੇ ਕੰਮ ਛੱਡ ਕੇ ਪਹਿਲਾਂ ਉਹਨੂੰ ਭੋਜਨ ਦਿੰਦੀ ਹੈ, ਪਹਿਲਾਂ ਉਹਨੂੰ ਦੁੱਧ ਦਿੰਦੀ ਹੈ। ਐ ਪਰਮਾਤਮਾ ਤੁਸੀਂ ਹੋ ਸਾਡੇ ਮਾਤਾ ਪਿਤਾ, ਅਸੀਂ ਹਾਂ ਤੁਹਾਡੇ ਬੱਚੇ, ਅਸੀਂ ਤੁਹਾਡੇ ਕੋਲੋਂ ਨਾਮ ਦੀ ਖੈਰਾਤ ਮੰਗਦੇ ਹਾਂ, ਨਾਮ ਦਾ ਭੋਜਨ ਮੰਗਦੇ ਹਾਂ, ਕਿਰਪਾ ਕਰਕੇ ਸਾਨੂੰ ਨਾਮ ਦਾ ਭੋਜਨ ਦੇਣਾ ਕਰੋ। ਮਹਾਰਾਜ ਕਹਿਣ ਲੱਗੇ ਮੰਗੈ ਦਾਨ ਨਾਮ ਤੇਰੋ ਨਾਨਕ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਐ ਪਰਮਾਤਮਾ ਤੇਰੇ ਨਾਮ ਦੀ ਭੁੱਖ ਹੈ। ਇਹ ਭੁੱਖ ਇਸ ਤਰ੍ਹਾਂ ਲੱਗੀ ਹੈ, ਔਰ ਜਿਸ ਤਰ੍ਹਾਂ ਇੱਕ ਬੱਚਾ ਆਪਣੀ ਮਾਂ ਤੋਂ ਬੇਝਿਜਕ ਹੋ ਕੇ ਦਾਅਵੇ ਦੇ ਨਾਲ, ਹਮੇ ਦੇ ਨਾਲ ਮੰਗ ਲੈਂਦਾ ਵੀ ਮਾਂ ਦੇ ਮੈਨੂੰ ਭੁੱਖ ਲੱਗੀ ਹੈ। ਤੇ ਮਾਂ ਵੀ ਆਪਣੇ ਪੁੱਤਰ ਨੂੰ ਜਦੋਂ ਰੋਟੀ ਦਿੰਦੀ ਜਾਂ ਦੁੱਧ ਦਿੰਦੀ ਹੈ ਤੇ ਆਸਾਨ ਕੋਈ ਨਹੀਂ ਕਰਦੀ ਵੀ ਆਸਾਨ ਕਰਦੀ ਪਈਆਂ, ਨਹੀਂ, ਦੋਨਾਂ ਦਾ ਪਿਆਰ ਹੈ ਇੱਕ ਦੂਜੇ ਦੇ ਪ੍ਰਤੀ। ਮਾਂ ਪੁੱਤਰ ਨੂੰ ਲਾਡ ਕਰਦੀ ਹੈ, ਪੁੱਤਰ ਮਾਂ ਦੇ ਨਾਲ ਪਿਆਰ ਕਰਦਾ ਹੈ। ਐ ਪਰਮਾਤਮਾ ਸਾਡਾ ਪਿਆਰ ਤੇਰੇ ਨਾਲ ਹੈ, ਤੇਰੇ ਕੋਲੋਂ ਅਸੀਂ ਨਾਮ ਦੀ ਦਾਤ ਮੰਗਦੇ ਪਏ ਹਾਂ। ਜਿਵੇਂ ਮਾਂ ਨੇ ਬੱਚੇ ਨੂੰ ਤ੍ਰਿਪਤ ਕੀਤਾ, ਆਪ ਜੀ ਕਿਰਪਾ ਕਰਕੇ ਨਾਮ ਦੀ ਖੈਰਾਤ ਦੇ ਕੇ ਸਾਨੂੰ ਵੀ ਤ੍ਰਿਪਤ ਕਰ ਦੇਵੋ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ। ਇਹ ਦਾਤ ਸਾਨੂੰ ਦੇਣਾ ਕਰੋ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ,
ਜੋ ਹੋਵੇ ਸਾਹਿਬ ਸਿਓ ਮੇਲ। ਗੁਣ ਨਿਦਾਨ ਦਇਆਲ ਪੁਰਖ ਪ੍ਰਭ ਸਰਬ ਸੋਖ ਦਇਆਲਾ। ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸ੍ਰੀ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ